ਧੰਨ ਵਾਹਿਗੁਰੂ ਸਾਹਿਬ ਜੀ। ਆਪ ਜਸ ਮਿਟੈ ਹੋਵੈ ਜਗ ਕੀਰਤ, ਦਰਗਹਿ ਬੈਸਣ ਪਾਈਐ। ਜਮ ਕੀ ਤਰਾਸ ਨਾਸ ਹੋਏ ਖਿਨਮੈ, ਸੁਖ ਅਣਦ ਸੇਤੀ ਘਰ ਜਾਈਐ। ਜਾਤੇ ਕਾਲ ਨਾ ਬਿਰਥੀ ਜਾਈਐ, ਆਠ ਪਹਿਰ ਸਿਮਰੋ ਪ੍ਰਭ ਆਪਣਾ, ਮਨ ਤਨ ਸਦਾ ਧਿਆਈਐ। ਗੁਰੂ ਰੂਪ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਜਿਨ੍ਹਾਂ ਨੇ ਦੋਹਿਤਾ ਬਾਣੀ ਕਾ ਬੋਹਿਥਾ ਇਸ ਵਰਦਾਨ ਨੂੰ ਸਫਲ ਕਰਨ ਦੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਸਤਿਗੁਰੂ ਗੁਰੂ ਅਰਜਨ ਦੇਵ ਜਿੱਥੇ ਪਹਿਲੇ ਸਤਿਗੁਰੂ ਸਾਹਿਬਾਨ ਦੀ ਹੋਰ ਭਗਤਾਂ ਮਹਾਂਪੁਰਸ਼ਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾ ਰਹੇ ਹਨ, ਉੱਥੇ ਆਪਣੇ ਵੱਲੋਂ ਵੀ ਕੁਝ ਵਿਸ਼ੇਸ਼ ਬਾਣੀ ਉਚਾਰਨ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾਣਾ ਕੀਤੀ। ਧੰਨ ਗੁਰੂ ਅਰਜਨ ਦੇਵ ਜੀ ਦੀਆਂ ਕਈ ਆਪਣੀਆਂ ਵਿਸ਼ੇਸ਼ ਰਚਨਾ ਵੀ ਹਨ, ਜਿਨ੍ਹਾਂ ਵਿੱਚੋਂ ਇਹ ਬਾਣੀ ਵੀ ਹੈ ਜਿਸ ਦਾ ਨਾਮ ਸਤਿਗੁਰੂ ਨੇ ਆਪ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਸੁਖਮਨੀ ਸਾਹਿਬ ਇਸ ਬਾਣੀ ਦਾ ਨਾਮ ਰੱਖਿਆ ਹੈ। ਇਸ ਪਵਿੱਤਰ ਬਾਣੀ ਦੇ 24 ਸ਼ਲੋਕ, 24 ਅਸ਼ਟਪਦੀਆਂ, 24,000 ਅੱਖਰ ਹਨ। ਇੱਕ ਅਸ਼ਟਪਦੀ ਦੇ 8 ਪਦੇ ਹਨ ਅਤੇ ਹਰ ਇੱਕ ਪਦੇ ਦੀਆਂ 10 ਤੁਕਾਂ ਹਨ। ਸਤਿਗੁਰੂ ਜੀ ਮਿਹਰ ਕਰਨ ਤੀਜੀ ਅਸ਼ਟਪਦੀ ਦੇ 4 ਪਦਿਆਂ ਤੇ ਵਿਚਾਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਪੇਖੇ ਯਾਨੀ ਵੇਖੇ ਹਨ, ਟੰਡੋਲ ਯਾਨੀ ਢੂੰਡ ਕੇ ਖੋਜ ਕੇ, ਪੂਜਸ ਯਾਨੀ ਪੂਜਦੇ ਬਰਾਬਰੀ ਕਰਦੇ, ਅਮੋਲ ਯਾਨੀ ਮੁੱਲ ਰਹਿਤ ਜਿਸ ਦਾ ਕੋਈ ਮੁੱਲ ਨਾ ਪੈ ਸਕਦਾ ਹੋਵੇ। ਬਹੁਤ ਸ਼ਾਸਤਰ ਤੇ ਬਹੁਤ ਸਿਮਰਤੀਆਂ ਚੰਗੀ ਤਰ੍ਹਾਂ ਖੋਜ ਕਰਕੇ ਵੇਖੇ ਹਨ, ਕੋਈ ਵੀ ਹਰੀ ਦੇ ਨਾਮ ਨੂੰ ਨਹੀਂ ਪੂਜ ਸਕਦਾ। ਗੁਰੂ ਜੀ ਕਹਿੰਦੇ ਹਨ, ਨਾਮ ਮੁੱਲ ਰਹਿਤ ਹੈ, ਇਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਨਾਮ ਤੋਂ ਸਭ ਹੇਠਾਂ ਹੀ ਹੇਠਾਂ ਹਨ। ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਈ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਧਿਆਨ ਯਾਨੀ ਲਿਵ ਲਾਉਣੀ, ਖਟ ਯਾਨੀ ਛੇ,
ਸਗਲ ਯਾਨੀ ਸਾਰੇ, ਮੱਧੇ ਯਾਨੀ ਵਿੱਚ, ਜਤਨਾ ਯਾਨੀ ਯਤਨ, ਹੋਮੇ ਯਾਮਨੀ ਹੋਮ ਹਵਨ ਕਰੇ, ਰਤਨਾ ਯਾਨੀ ਘਿਓ, ਹੋਮੈ ਯਾਨੀ ਹਵਨ ਕਰ ਦੇਵੇ, ਕਰ ਰਾਤੀ ਯਾਨੀ ਰੱਤੀ ਰੱਤੀ ਕਰਕੇ, ਵਰਤ ਯਾਨੀ ਭੋਜਨ ਨਾ ਕਰਨਾ, ਨੇਮ ਯਾਨੀ ਨਿਯਮ, ਇਸਨਾਨ ਪਾਠ ਪੂਜਾ ਆਦਿਕ, ਬਹੁ ਭਾਤੀ ਯਾਨੀ ਬਹੁਤ ਪ੍ਰਕਾਰ ਦੇ, ਗੁਰਮੁਖ ਯਾਨੀ ਗੁਰਾਂ ਦੇ ਉਪਦੇਸ਼ ਦੁਆਰਾ, ਜਾਪ ਤਾਪ ਗਿਆਨ ਸਭ ਧਿਆਨ, ਸਾਰੇ ਜਪ ਤਪ ਗਿਆਨ ਦੀ ਵਿਚਾਰ ਅਤੇ ਲਿਵ ਲਾਉਣੀ, ਖਟ ਸ਼ਾਸਤਰ ਸਿਮਰਤ ਵਖਿਆਨ, 6 ਸ਼ਾਸਤਰ ਅਤੇ ਸਿਮਰਤੀਆਂ ਦੇ ਕਥਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਜੋਗ ਦੇ ਸਾਧਨ ਅਤੇ ਕਰਮ ਕਾਂਡਾਂ ਦੀ ਵਰਤੋਂ ਕਰਨੀ, ਸਗਲ ਤਿਆਗ ਬਨ ਮੱਧੇ ਫਿਰਿਆ, ਸਾਰੇ ਸੰਬੰਧੀਆਂ ਇਸਤਰੀ ਪੁੱਤਰ ਆਦਿਕਾਂ ਨੂੰ ਛੱਡ ਕੇ ਜੰਗਲਾਂ ਵਿੱਚ ਫਿਰਨਾ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਫਿਰ ਹੋਰ ਵੀ ਅਨੇਕ ਪ੍ਰਕਾਰ ਦੇ ਬਹੁਤ ਯਤਨ ਕਰਨੇ, ਪੁੰਨ ਦਾਨ ਹੋਮੇ ਬਹੁ ਰਤਨਾ, ਪੁੰਨ ਦਾਨ ਕਰਨੇ ਅਤੇ ਯੱਗਾਂ ਵਿੱਚ ਬਹੁਤ ਘਿਓ ਹਵਨ ਕਰਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਸਰੀਰ ਨੂੰ ਰੱਤੀ ਰੱਤੀ ਕਰਕੇ ਕਟਾਉਣਾ ਅਤੇ ਹਵਨ ਕਰਨਾ, ਅੱਗ ਵਿੱਚ ਸਾੜਨਾ, ਵਰਤ ਨੇਮ ਕਰੈ ਬਹੁ ਭਾਤੀ, ਕਈ ਪ੍ਰਕਾਰ ਦੇ ਵਰਤ ਰੱਖਣੇ ਅਤੇ ਯੋਗ ਸਾਧਨਾ ਦੇ ਨਿਯਮ ਧਾਰਨ ਕਰਨੇ, ਨਹੀਂ ਤੁਲ ਰਾਮ ਨਾਮ ਵਿਚਾਰ, ਕੋਈ ਰਾਮ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹੈ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ, ਗੁਰੂ ਜੀ ਫਰਮਾਉਂਦੇ ਹਨ, ਗੁਰੂ ਦੇ ਉਪਦੇਸ਼ ਦੁਆਰਾ ਇੱਕ ਨਾਮ ਨੂੰ ਜਪੀਏ। ਤਾਤਪਰਯ ਇਹ ਹੈ, ਸੁਧ ਹਿਰਦੇ ਨਾਲ ਨਾਮ ਨੂੰ ਜਪਣ ਕਰਕੇ ਇਸ ਦੀ ਬਰਾਬਰੀ ਹੋਰ ਕੋਈ ਜਪ ਤਪ ਨੇਮ ਧਰਮ ਨਹੀਂ ਕਰ ਸਕਦਾ। ਨਾਮ ਏਕਾ ਹੈ ਤੇ ਜਪ ਤਪ ਕਰਮ ਧਰਮ ਬਿੰਦੀਆਂ ਹਨ। ਜਿਵੇਂ ਬਿੰਦੀ ਸਿਫਰ ਏਕੇ ਤੋਂ ਬਿਨਾ ਕੋਈ ਕਦਰ ਨਹੀਂ ਪਾਉਂਦੀ, ਤਿਵੇਂ ਇੱਕ ਨਾਮ ਤੋਂ ਬਿਨਾ ਜਪ ਤਪ ਆਦਿਕ ਸਭ ਬਿੰਦੀਆਂ ਸਮਾਨ ਹਨ। ਇਹ ਨਾਮ ਦੇ ਸਹਾਇਕ ਜ਼ਰੂਰ ਹਨ, ਪਰ ਆਪ ਇਕੱਲੇ ਕੁਝ ਨਹੀਂ। 9 ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀ ਸਰ ਥੀਵੈ, ਅਗਨ ਮਾਹੀ ਹੋਮਤ ਪਰਾਨ, ਕਨਕ ਅਸਵ ਹੈ ਵਰ ਪੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਵੀ ਹੋਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ,
ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ। ਨੌਖੰਡ ਯਾਨੀ ਸਾਰੀ, ਚਿਰ ਯਾਨੀ ਬਹੁਤ ਸਮਾਂ, ਮਹਾ ਉਦਾਸ ਯਾਨੀ ਵੱਡਾ ਵਿਰਾਗਵਾਨ ਹੋ ਕੇ, ਘਰ ਬਾਰ ਦਾ ਤਿਆਗੀ ਹੋ ਕੇ। ਤਪੀਸਰ ਯਾਨੀ ਵੱਡਾ ਤਪੀ, ਹੋਮਤ ਯਾਨੀ ਹੈ ਮਨ ਕਰੇ ਸਾੜ ਦੇਵੇ, ਕਨਕ ਯਾਨੀ ਸੋਨਾ, ਅਸਵ ਯਾਨੀ ਘੋੜੇ, ਹੈਵਰ ਯਾਨੀ ਹਾਥੀ, ਨਿਉਲੀ ਕਰਮ ਯਾਨੀ ਨੇਤੀ ਧੋਤੀ ਆਦਿਕ ਸਰੀਰ ਨੂੰ ਸੁਧ ਕਰਨ ਦੇ ਢੰਗ। ਬਹੁ ਆਸਣ ਯਾਨੀ ਮਨ ਦੇ ਟਿਕਾਓ ਵਾਸਤੇ, ਸਮਾਧੀ ਲਾਉਣ ਵਾਸਤੇ ਬੈਠਣ ਦੇ ਢੰਗ। ਜੈਨ ਮਾਰਗ ਯਾਨੀ ਜੈਨੀਆਂ ਦੇ ਮਤ ਦੇ ਸੰਜਮ ਯਾਨੀ ਨੇਮ। ਸਮਸਰ ਯਾਨੀ ਬਰਾਬਰ, ਗਤ ਯਾਨੀ ਮੁਕਤੀ, ਪਾਹੇ ਯਾਨੀ ਪਾਉਂਦੇ ਹਨ। ਨੌਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਸਾਰੀ ਧਰਤੀ ਫਿਰਦਾ ਰਹੇ ਅਤੇ ਬਹੁਤ ਸਮਾਂ ਜਿਉਂਦਾ ਰਹੇ। ਮਹਾ ਉਦਾਸ ਤਪੀਸਰ ਥੀਵੈ, ਘਰ ਬਾਰ ਤਿਆਗ ਕੇ ਵੱਡਾ ਤਪਿਆ ਹੋ ਜਾਵੇ। ਅਗਨ ਮਾਹੇ ਹੋਮਤ ਪ੍ਰਾਨ, ਅਗਨੀ ਵਿੱਚ ਪ੍ਰਾਣਾਂ ਨੂੰ ਹਵਨ ਕਰ ਦੇਵੇ। ਕਨਕ ਅਸਉ ਹੈ ਵਰ ਭੂਮ ਦਾਨ, ਸੋਨਾ ਘੋੜੇ ਹਾਥੀ ਅਤੇ ਪ੍ਰਿਥਵੀ ਦਾਨ ਕਰੇ। ਨਿਉਲੀ ਕਰਮ ਕਰੈ ਬਹੁ ਆਸਨ, ਨੇਤੀ ਧੋਤੀ ਆਦਿਕ ਕਰਮ ਅਤੇ ਸਮਾਧੀ ਵਾਸਤੇ ਬਹੁਤ ਆਸਣ ਕਰੇ। ਜਨ ਮਾਰਗ ਸੰਜਮ ਅਤ ਸਾਧਨ, ਜੈਨ ਮਤ ਦੇ ਕਠਨ ਸਾਧਨ ਤੇ ਨਿਯਮ ਵੀ ਕਰੇ। ਨਿਮਖ ਨਿਮਖ ਕਰ ਸਰੀਰ ਕਟਾਵੈ, ਰੱਤੀ ਰੱਤੀ ਕਰਕੇ ਸਰੀਰ ਨੂੰ ਕਟਾ ਦੇਵੇ। ਤੋਂ ਵੀ ਹੋਮੈ ਮੈਲ ਨਾ ਜਾਵੈ, ਤਦ ਵੀ ਮਨ ਤੋਂ ਹੋਮੈ ਦੀ ਮੈਲ ਨਹੀਂ ਜਾਂਦੀ। ਹਰ ਕੇ ਨਾਮ ਸੰਸਰ ਕਛ ਨਾਹੀ, ਹਰੀ ਨਾਮ ਦੇ ਬਰਾਬਰ ਕੁਝ ਵੀ ਨਹੀਂ ਹੈ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਗੁਰੂ ਜੀ ਕਥਨ ਕਰਦੇ ਹਨ ਕਿ ਗੁਰੂ ਦੇ ਉਪਦੇਸ਼ ਦੁਆਰਾ ਨਾਮ ਜਪ ਕੇ ਮੁਕਤੀ ਪਾਉਂਦਾ ਹੈ। ਤਾਤਪਰਯ ਇਹ ਹੈ, ਕਈ ਪ੍ਰਕਾਰ ਦੇ ਮਾਲ ਧਨ ਸੰਪਦਾ ਤੇ ਦਾਨ ਕਰਨ ਨਾਲ ਜੋਗ ਮਾਰਗ ਦੇ ਸਾਧਨਾ ਦੁਆਰਾ ਸਰੀਰ ਨੂੰ ਮਾਰਨ ਨਾਲ ਤਥਾ ਜੈਨ ਮਤ ਅਨੁਸਾਰ ਹੱਥਾਂ ਨਾਲ ਸਿਰ ਦੇ ਵਾਲ ਪੁੱਟਣੇ, ਪਾਣੀ ਪੁਣ ਕੇ ਪੀਣਾ, ਮੂੰਹ ਅੱਗੇ ਕੱਪੜਾ ਬੰਨ੍ਹ ਰੱਖਣਾ, ਹੱਥ ਵਿੱਚ ਰਸਤਾ ਸਾਫ਼ ਕਰਨ ਵਾਸਤੇ ਚੋਰੀ ਰੱਖਣੀ ਕਿ ਕੋਈ ਜੀਵ ਜੰਤੂ ਸਿਰ ਦੀਆਂ ਜੂਆਂ ਦੇ ਰੂਪ ਵਿੱਚ, ਪਾਣੀ ਦੇ ਜੰਤੂਆਂ ਦੇ ਰੂਪ ਵਿੱਚ ਤਥਾ ਸਾਹ ਲੈਣ ਲੱਗਿਆਂ ਹਵਾ ਰਾਹੀਂ ਤੇ ਰਸਤੇ ਵਿੱਚ ਪੈਰਾਂ ਥੱਲੇ ਆਣ ਕੇ ਮਰ ਨਾ ਜਾਵੇ। ਇੱਥੋਂ ਤੱਕ ਕਿ ਟੱਟੀ ਬੈਠ ਕੇ ਫਿਰ ਉਸ ਨੂੰ ਫਰੋਲ ਦੇਣਾ ਕਿ ਇਸ ਵਿੱਚ ਪੇਟ ਦੇ ਕੀੜੇ ਨਾ ਮਰ ਜਾਣ। ਐਸੇ ਖਿਆਲਾਂ ਨਾਲ
ਕਠਨ ਨਿਯਮਾਂ ਦੀ ਘਾਲਣਾ ਕਰਨੀ। ਫਿਰ ਇਹਨਾਂ ਕਠਨ ਘਾਲਣਾ ਤੋਂ ਪਰੇ ਇੱਕ ਹੋਰ ਵੀ ਹਨ, ਜਿਹੜੇ ਆਪਣੇ ਸਰੀਰ ਦੇ ਛੋਟੇ ਛੋਟੇ ਟੁਕੜੇ ਕਰਕੇ ਅਗਨੀ ਵਿੱਚ ਪਾ ਕੇ ਸਾੜ ਹਵਨ ਕਰ ਦਿੰਦੇ ਹਨ। ਇਹਨਾਂ ਸਾਰੇ ਢੰਗਾਂ ਨਾਲ ਕੀਤੇ ਕਰਮਾਂ ਨਾਲ ਮਨ ਦੀ ਮੈਲ ਹਉਮੈ ਸਾਫ਼ ਨਹੀਂ ਹੁੰਦੀ, ਕਿਉਂਕਿ ਇਹ ਕਰਮ ਕਰਕੇ ਸਾਧਕ ਹਉਮੈ ਕਰਕੇ ਰਹਿੰਦਾ ਹੈ ਕਿ ਮੈਂ ਕੀਤਾ ਹੈ। ਕੋਈ ਸਾਧਨ ਤਥਾ ਕਰਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਪਰਮਾਤਮਾ ਦਾ ਨਾਮ ਸਭ ਕਰਮਾਂ ਸਿਰ ਕਰਮ ਹੈ। ਮਨ ਕਾਮਨਾ ਤੀਰਥ ਦੇਹ ਛੂਟੈ, ਗਰਭ ਗੁਮਾਨ ਨਾ ਮਨ ਤੇ ਹੂਟੈ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਬਿਖਿਆ ਟਰੈ। ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਤ ਬਹੁ ਮੂਚ। ਮਨ ਕਾਮਨਾ ਤੀਰਥ ਦੇਹ ਛੂਟੈ, ਗਰਭ ਗੁਮਾਨ ਨਾ ਮਨ ਤੇ ਹੂਟੈ। ਮਨ ਦੀ ਇਸ ਇੱਛਾ ਨਾਲ ਕਿ ਇਹ ਸਰੀਰ ਕਿਸੇ ਤੀਰਥ ਉੱਤੇ ਜਾ ਕੇ ਛੱਡਿਆ ਜਾਵੇ, ਪਰ ਇਸ ਨਾਲ ਵੀ ਮਨ ਤੋਂ ਹੰਕਾਰ ਤੇ ਅਭਿਮਾਨ ਦੀ ਮੈਲ ਦੂਰ ਨਹੀਂ ਹੁੰਦੀ। ਕਾਮਨਾ ਯਾਨੀ ਇੱਛਾ, ਛੂਟੈ ਯਾਨੀ ਅੰਤ ਹੋਵੇ, ਹੂਟੈ ਯਾਨੀ ਮਿਟਦਾ, ਸੋਚ ਯਾਨੀ ਪਵਿੱਤਰਤਾ, ਸਾਧਨਾ ਯਾਨੀ ਸੋਧਨਾ, ਟਰੈ ਯਾਨੀ ਦੂਰ ਹੁੰਦੀ, ਅਨਿਤ ਯਾਨੀ ਨਿਤ ਨਾ ਰਹਿਣ ਵਾਲੀ, ਭੀਤ ਯਾਨੀ ਕੰਧ, ਮੂਚ ਯਾਨੀ ਵੱਡੇ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਮਨ ਤੋਂ ਹੰਕਾਰ ਤੇ ਅਭਿਮਾਨ ਦੀ ਮੈਲ ਦੂਰ ਨਹੀਂ ਹੁੰਦੀ। ਮਨੁੱਖ ਦਿਨ ਰਾਤ ਸਰੀਰ ਦੀ ਪਵਿੱਤਰਤਾ ਕਰਦਾ ਹੈ, ਤੀਰਥ ਇਸ਼ਨਾਨ ਆਦਿਕ ਦੁਆਰਾ, ਪਰ ਮਨ ਦੀ ਮੈਲ ਸਰੀਰ ਧੋਣ ਨਾਲ ਨਹੀਂ ਜਾਂਦੀ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਬਿਖਿਆ ਟਰੈ। ਭਾਵੇਂ ਇਸ ਸਰੀਰ ਨੂੰ ਬਹੁਤ ਤਰ੍ਹਾਂ ਨੇਤੀ ਧੋਤੀ ਪ੍ਰਾਣਾਯਾਮ ਆਦਿਕ ਕਰਮ ਕਰਕੇ ਸੋਧਦਾ ਹੈ, ਪਰ ਮਨ ਤੋਂ ਵਿਸ਼ੇ ਵਾਸਨਾ ਦੀ ਮੈਲ ਕਦੀ ਵੀ ਦੂਰ ਨਹੀਂ ਹੁੰਦੀ। ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਪੀਤ। ਇਸ ਨਾਸਵਾਨ ਸਰੀਰ ਨੂੰ ਜਲ ਨਾਲ ਬਹੁਤ ਧੋਂਦਾ ਹੈ, ਪਰ ਕੱਚੀ ਮਿੱਟੀ ਦੀ ਕੰਧ ਸੁੱਧ ਕਿੱਥੋਂ ਹੁੰਦੀ ਹੈ। ਭਾਉ ਕੱਚੀ ਮਿੱਟੀ ਦੀ ਕੰਧ ਵਾਂਗੂ ਇਹ ਸਰੀਰ ਮੈਲਾ ਹੀ ਰਹਿੰਦਾ ਹੈ। ਮਨ ਹਰ ਕੇ ਨਾਮ ਕੀ ਮਹਿਮਾ ਊਚ,
ਨਾਨਕ ਨਾਮ ਉਧਰੇ ਪਤਤ ਬਹੁ ਮੂਚ। ਹੇ ਮਨ, ਹਰੀ ਦੇ ਨਾਮ ਦੀ ਮਹਿਮਾ ਸਭ ਸਾਧਨਾ ਤੋਂ ਵੱਡੀ ਹੈ। ਗੁਰੂ ਜੀ ਕਥਨ ਕਰਦੇ ਹਨ, ਨਾਮ ਨਾਲ ਬਹੁਤ ਵੱਡੇ ਪਾਪੀ ਵੀ ਤਰ ਗਏ ਹਨ। ਤਾਤਪਰਯ ਇਹ ਹੈ, ਜੋ ਵੀ ਕੋਈ ਸੂਝ-ਬੂਝ ਰੱਖਣ ਵਾਲਾ ਪੁਰਸ਼ ਇਸ ਸੰਸਾਰ ਵਿੱਚ ਆਉਂਦਾ ਹੈ, ਉਸ ਦੇ ਮਨ ਵਿੱਚ ਇਹ ਇੱਛਾ ਹੁੰਦੀ ਹੈ ਕਿ ਉਹ ਇਸ ਜਨਮ ਮਰਨ ਦੇ ਗੇੜ ਤੋਂ ਛੁੱਟ ਜਾਵੇ। ਇਸ ਛੁਟਕਾਰੇ ਵਾਸਤੇ ਉਹ ਬਹੁਤ ਤਰ੍ਹਾਂ ਦੀਆਂ ਤਰਕੀਬਾਂ ਸੋਚਦਾ ਹੈ। ਕਦੀ ਕਹਿੰਦਾ ਹੈ ਕਿ ਕਿਸੇ ਵੱਡੇ ਤੀਰਥ ਉੱਤੇ ਜਾ ਕੇ ਸਰੀਰ ਦਾ ਤਿਆਗ ਕਰਾਂ। ਕਦੀ ਮਨ ਨੂੰ ਸੁੱਧ ਕਰਨ ਦੇ ਕਰਮ ਕਰਦਾ ਹੈ। ਕਦੀ ਸਰੀਰ ਨੂੰ ਨੇਤੀ ਧੋਤੀ ਆਦਿਕ ਪ੍ਰਾਣਾਯਾਮ ਦੇ ਸਾਧਨਾ ਦੁਆਰਾ ਸੋਧਦਾ ਹੈ। ਪਰ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਕਿਸੇ ਵੀ ਕਰਮ ਨਾਲ ਤਨ ਦੀ ਸੁੱਧੀ ਕਰਕੇ ਮਨ ਸੁੱਧ ਨਹੀਂ ਹੁੰਦਾ। ਮਨ ਨੂੰ ਸੁੱਧ ਕਰਨ ਵਾਸਤੇ ਨਾਮ ਸਭ ਸਾਧਨਾ ਤੋਂ ਉੱਚਾ ਹੈ, ਜਿਸ ਨਾਲ ਵੱਡੇ ਤੋਂ ਵੱਡੇ ਪਾਪੀ ਵੀ ਤਰ ਗਏ ਹਨ। ਬਹੁਤ ਸਿਆਣਪ ਜਮ ਕਾ ਬਹੁ ਵਿਆਪੈ, ਅਨਕ ਜਤਨ ਕਰ ਤ੍ਰਿਸਨ ਨਾ ਧਰਾਪੈ। ਭੇਖ ਅਨੇਕ ਅਗਨ ਨਹੀਂ ਬੂਝੈ, ਕੋਟ ਉਪਾਉ ਦਰਗਹਿ ਨਹੀਂ ਸੀਝੈ। ਛੂਟਸ ਨਾਹੀ ਊਭ ਪਿਆਲ, ਮੋਹਿ ਵਿਆਪੈ ਮਾਇਆ ਜਾਲ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਵਿਆਪੈ ਯਾਨੀ ਲੱਗਦਾ ਹੈ, ਧਰਾਪੈ ਯਾਨੀ ਰਜਦੀ ਮਿਟਦੀ, ਬੁਝੈ ਯਾਨੀ ਸ਼ਾਂਤ ਹੁੰਦੀ, ਕੋਟ ਯਾਨੀ ਕਰੋੜਾਂ, ਸਿਝੈ ਯਾਨੀ ਛੂਟਦਾ, ਊਭ ਯਾਨੀ ਉੱਚਾ, ਪਿਆਲ ਯਾਨੀ ਪਤਾਲ ਵਿੱਚ, ਡਾਨੈ ਯਾਨੀ ਡੰਡਦਾ ਹੈ, ਬੋਲੇ ਯਾਨੀ ਬੋਲਦਾ ਜਪਦਾ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਜਤਨ ਕਰ ਤ੍ਰਿਸਨ ਨਾ ਧਰਾਪੈ। ਬਹੁਤ ਚਤੁਰਾਈ ਕਰਨ ਨਾਲ ਜਮਾਂ ਦਾ ਡਰ ਲੱਗਦਾ ਹੈ, ਕਿਉਂਕਿ ਚਤੁਰਾਈ ਮਾਇਆ ਅਧੀਨ ਹੁੰਦੀ ਹੈ। ਅਨੇਕਾਂ ਯਤਨ ਕਰਕੇ ਵੀ ਤ੍ਰਿਸ਼ਨਾ ਨਹੀਂ ਭਰਦੀ। ਭੇਖ ਅਨੇਕ ਅਗਨ ਨਹੀਂ ਬੂਝੈ, ਕੋਟ ਉਪਾਉ ਦਰਗਹਿ ਨਹੀਂ ਸੀਝੈ। ਅਨੇਕਾਂ ਭੇਖ ਧਾਰਨ ਨਾਲ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ। ਕਰੋੜਾ ਉਪਾਉ ਕਰਨ ਨਾਲ ਦਰਗਾਹ ਵਿੱਚ ਲੇਖਾ ਦੇਣ ਤੋਂ ਨਹੀਂ ਛੁੱਟਦਾ। ਛੂਟਸ ਨਾਹੀ ਊਭ ਪਿਆਲ, ਮੋਹਿ ਵਿਆਪੈ ਮਾਇਆ ਜਾਲ। ਉੱਚੇ ਆਕਾਸ਼ ਅਤੇ ਪਤਾਲ ਵਿੱਚ ਗਿਆ ਵੀ ਛੁਟਕਾਰਾ ਨਹੀਂ ਹੁੰਦਾ, ਕਿਉਂਕਿ ਜੀਵ ਨੂੰ ਮੋਹ ਕਰਕੇ ਮਾਇਆ ਦਾ ਜਾਲ ਲੱਗਾ ਹੋਇਆ ਹੈ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ
ਤਿਲ ਨਹੀਂ ਮਾਨੈ। ਹੋਰ ਸਾਰੀਆਂ ਕਰਨੀਆਂ ਨੂੰ ਨਾਮ ਤੋਂ ਬਿਨਾ ਜਮ ਡੰਨ ਦਿੰਦਾ ਹੈ। ਗੋਬਿੰਦ ਸਿਮਰਨ ਤੋਂ ਬਿਨਾ ਹੋਰ ਕਿਸੇ ਕਰਮ ਨੂੰ ਇੱਕ ਤਿਲ ਭਰ ਨਹੀਂ ਮੰਨਦਾ। ਪਰਮਾਤਮਾ ਦਾ ਨਾਮ ਜਪ ਕੇ ਜੰਮਾਂ ਦਾ ਦੁੱਖ ਦੂਰ ਹੋ ਜਾਂਦਾ ਹੈ। ਨਾਨਕ ਬੋਲੇ ਸਹਿਜ ਸੁਭਾਈ। ਗੁਰੂ ਜੀ ਫਰਮਾਉਂਦੇ ਹਨ, ਐਸਾ ਹਰੀ ਦਾ ਨਾਮ ਸੁਭਾਵਕ ਹੀ ਜਪਦੇ ਰਹਿਣਾ ਚਾਹੀਦਾ ਹੈ। ਤਾਤਪਰਯ ਇਹ ਹੈ, ਮਨੁੱਖ ਭਾਵੇਂ ਕਿਤਨੇ ਭੇਖ ਧਾਰਨ ਕਰਕੇ ਅਤੇ ਸਾਧਨਾ ਦੇ ਕਰਨ ਵਾਸਤੇ ਪਹਾੜਾਂ ਦੀਆਂ ਚੋਟੀਆਂ ਜਾਂ ਡੂੰਘੀਆਂ ਕੰਦਰਾਂ ਵਿੱਚ ਵਿਚਰਦਾ ਫਿਰੇ, ਪਰ ਮੌਤ ਦਾ ਡਰ ਅਤੇ ਤ੍ਰਿਸ਼ਨਾ ਦੀ ਅਗਨੀ ਇੱਕ ਨਾਮ ਤੋਂ ਬਿਨਾ ਕਿਸੇ ਉਪਾਅ ਨਾਲ ਵੀ ਦੂਰ ਨਹੀਂ ਹੁੰਦੀ। ਦੁੱਖਾਂ ਕਲੇਸ਼ਾਂ ਦੇ ਡਰ ਨੂੰ ਦੂਰ ਕਰਨ ਵਾਸਤੇ ਜੀਵ ਨੂੰ ਸਦਾ ਹੀ ਨਾਮ ਸਿਮਰਨਾ ਕਰਨਾ ਚਾਹੀਦਾ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।